ਸਟਾਰਟ। ਸੱਭਿਆਚਾਰ ਕੋਈ ਅਜਿਹੀ ਵਸਤੂ ਨਹੀਂ ਹੈ ਜਿਸ ਨੂੰ ਇੱਕ ਕੈਪਸੂਲ ਵਿੱਚ ਬੰਦ ਕੀਤਾ ਜਾ ਸਕੇ। ਡੰਡੀ। ਇਹ ਬਹੁਰੰਗਾ ਸੱਭਿਆਚਾਰ ਨਾ ਕੇਵਲ ਕਦੀ ਕਦਾਈ ਕੰਮ ਸਿੱਖਣ ਵਾਲਿਆਂ ਲਈ ਹੀ ਕਠਿਨ ਸਾਬਤ ਹੋ ਸਕਦਾ ਹੈ, ਸਗੋਂ ਵੱਡੇ ਵੱਡੇ ਮਾਹਿਰਾਂ ਲਈ ਵੀ ਔਖਾ ਹੈ। ਡੰਡੀ। ਬਦਕਿਸਮਤੀ ਨਾਲ ਬਾਹਰ ਜਾਣ ਵਾਲੇ ਭਾਰਤੀਆਂ ਵੱਲੋਂ ਸਿੱਧੇ ਸਾਦੇ ਢੰਗਾਂ ਨਾਲ ਇਸ ਨੂੰ ਪੇਸ਼ ਕਰਨ ਦੇ ਕਾਰਨ ਇਹ ਕੰਮ ਹੋਰ ਵੀ ਕਠਿਨ ਹੋ ਗਿਆ ਹੈ। ਡੰਡੀ। ਉਹਨਾਂ ਵਿੱਚੋਂ ਬਹੁਤ ਸਾਰਿਆਂ ਲਈ ਕੌਮੀ ਸੱਭਿਆਚਾਰ ਕੇਵਲ ਆਪਣੇ ਘਰਾਂ ਵਿੱਚ ਜਾਂ ਦਫ਼ਤਰਾਂ ਵਿੱਚ ਧੂਫ ਦਿਖਾਉਣ ਜਾਂ ਨਟਰਾਜ ਦੀ ਮੂਰਤੀ ਰੱਖਣ ਨਾਲ ਹੀ ਪੇਸ਼ ਨਹੀਂ ਕੀਤਾ ਜਾ ਸਕਦਾ। ਡੰਡੀ। ਕੁਝ ਦੂਜੇ ਲੋਕਾਂ ਲਈ ਸੱਭਿਆਚਾਰ ਦੇ ਅਰਥ ਇਹ ਵੀ ਹੋ ਸਕਦੇ ਹਨ ਕਿ ਇਸ ਗਿਆਨ ਤੋਂ ਇਲਾਵਾ ਆਪਣੀ ਗੱਲਬਾਤ ਅਤੇ ਸਰਕਾਰੀ ਫਾਈਲਾਂ ਵਿੱਚ ਹਿੰਦੀ ਦੀ ਵਰਤੋਂ ਕੀਤੀ ਜਾ ਸਕੇ। ਖਾਸ ਤੌਰ 'ਤੇ ਸਥਾਨਕ ਸਰਕਾਰ ਨਾਲ ਚਿੱਠੀ ਪੱਤਰ ਵਿੱਚ। ਫਿਰ ਵੀ ਸੱਭਿਆਚਾਰ ਇਹਨਾਂ ਚਿੰਨ੍ਹ ਮਾਤਰ ਚੀਜ਼ਾਂ ਦੀ ਭਾਸ਼ਾ ਵਿੱਚ ਯੋਗਤਾ ਰੱਖਣ ਤੱਕ ਹੀ ਸੀਮਿਤ ਨਹੀਂ ਹੁੰਦਾ। ਡੰਡੀ। ਇਸ ਦਾ ਅਰਥ ਇੱਕ ਖਾਸ ਕਿਸਮ ਦਾ ਜੀਵਨ ਢੰਗ ਹੁੰਦਾ ਹੈ ਜੋ ਕਿਸੇ ਡਿਪਲੋਮੈਟ ਦੇ ਸਮੁੱਚੇ ਵਤੀਰੇ ਤੋਂ ਜਾਣਿਆ ਜਾ ਸਕਦਾ ਹੈ। ਡੰਡੀ। ਇਸ ਮਾਮਲੇ ਵਿੱਚ ਸੱਭਿਆਚਾਰ ਦਾ ਪ੍ਰਗਟਾਵਾ ਸੰਬੰਧਿਤ ਅਧਿਕਾਰੀਆਂ ਦੇ ਵਤੀਰੇ ਵਿੱਚ ਇੱਕ ਖਾਸ ਕਿਸਮ ਦਾ ਸ਼ਿਸ਼ਟਾਚਾਰ, ਸੰਕੋਚ ਅਤੇ ਸਹਿਣਸ਼ੀਲਤਾ ਦੁਆਰਾ ਕੀਤਾ ਜਾ ਸਕਦਾ ਹੈ, ਜਿਸ ਦੀ ਕਮੀ ਨੂੰ ਕੇਵਲ ਕਾਲੀ ਅਚਕਨ ਜਾਂ ਰੇਸ਼ਮੀ ਪਗੜੀ ਬੰਨ੍ਹ ਕੇ ਹੀ ਪੂਰਾ ਨਹੀਂ ਕੀਤਾ ਜਾ ਸਕਦਾ। ਡੰਡੀ। ਪਰ ਭਾਰਤੀ ਰਾਜਦੂਤ ਅਮਲੇ ਨੂੰ ਆਪਣੇ ਦੇਸ਼ ਦੇ ਸੱਭਿਆਚਾਰਕ ਪ੍ਰਤੀਨਿਧ ਬਣਾਉਣ ਲਈ ਜੋ ਨਵੀਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਉਸ ਦੀ ਸਫਲਤਾ ਦਾ ਪਤਾ ਕੁਝ ਸਮੇਂ ਬਾਅਦ ਹੀ ਲੱਗੇਗਾ। ਡੰਡੀ। ਪਰ ਹਾਲ ਦੀ ਘੜੀ ਪਾਰਲੀਮੈਂਟ ਦੀ ਐਸਟੀਮੇਟ ਕਮੇਟੀ ਵੱਲੋਂ ਇਸ ਵਿਸ਼ੇ 'ਤੇ ਜ਼ੋਰ ਦਿੱਤਾ ਗਿਆ ਹੈ। ਉਸ ਤੋਂ ਪ੍ਰਗਟ ਹੁੰਦਾ ਹੈ ਕਿ ਸਾਡੇ ਵਿਧਾਨਕਾਰ ਜਦੋਂ ਬਾਹਰ ਜਾਂਦੇ ਹਨ ਤਾਂ ਉਹਨਾਂ ਵਿੱਚੋਂ ਸਾਰੇ ਦੇ ਸਾਰੇ ਭਾਰਤੀ ਸੱਭਿਆਚਾਰ ਦੇ ਨਮੂਨੇ ਨਹੀਂ ਹੁੰਦੇ, ਪਰ ਫਿਰ ਵੀ ਉਹਨਾਂ ਨੂੰ ਇਹ ਵੇਖ ਕੇ ਦੁੱਖ ਹੁੰਦਾ ਹੈ। ਡੰਡੀ। ਸਿੰਜਾਈ ਨਾਲ ਫਸਲਾਂ ਦੇ ਝਾੜ ਨੂੰ ਬਹੁਤ ਮਾਤਰਾ ਵਿੱਚ ਵਧਾਇਆ ਜਾ ਸਕਦਾ ਹੈ। ਡੰਡੀ। ਲੋੜ ਅਨੁਸਾਰ ਫਸਲਾਂ ਨੂੰ ਪਾਣੀ ਦੇ ਸਕੀਦਾ ਹੈ ਅਤੇ ਖੇਤੀ ਵਿਗਿਆਨਕ ਢੰਗਾਂ ਨਾਲ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਤਰ੍ਹਾਂ ਫਸਲ ਨੂੰ ਨਮੀ ਦੇਣ ਦਾ ਕੰਮ ਕਿਸਾਨ ਦੇ ਅਧੀਨ ਹੁੰਦਾ ਹੈ। ਡੰਡੀ। ਕਈ ਪ੍ਰਦੇਸ਼ਾਂ ਵਿੱਚ ਜ਼ਮੀਨ ਬੜੀ ਉਪਜਾਊ ਹੁੰਦੀ ਹੈ, ਪਰ ਵਰਖਾ ਦੀ ਥੁੜ ਕਾਰਨ ਉੱਥੇ ਖੇਤੀ ਦਾ ਕੰਮ ਲਾਭਦਾਇਕ ਨਹੀਂ ਹੁੰਦਾ। ਡੰਡੀ। ਜਿਵੇਂ ਕਿ ਪਾਕਿਸਤਾਨ ਵਿੱਚ ਸਿੰਧ ਅਤੇ ਭਾਰਤ ਵਿੱਚ ਬੀਕਾਨੇਰ ਦੇ ਰੇਤਲੇ ਭਾਗ ਪਹਿਲਾਂ ਹੀ ਬੰਜਰ ਪਏ ਸਨ, ਪਰ ਜਦ ਤੋਂ ਇਹਨਾਂ ਨੂੰ ਨਹਿਰਾਂ ਦੁਆਰਾ ਪਾਣੀ ਮਿਲਣਾ ਸ਼ੁਰੂ ਹੋਇਆ ਹੈ ਤਾਂ ਇੱਥੇ ਬਹੁਤ ਹੀ ਫਸਲਾਂ ਹੋਣ ਲੱਗ ਪਈਆਂ ਹਨ ਅਤੇ ਇਲਾਕੇ ਬੜੇ ਖੁਸ਼ਹਾਲ ਬਣ ਗਏ ਹਨ। ਡੰਡੀ। ਇਸ ਤਰ੍ਹਾਂ ਰੇਤਲੇ ਇਲਾਕਿਆਂ ਵਿੱਚ ਭੌਂ ਸੁਧਾਰ ਦੇ ਕੰਮ ਵਿੱਚ ਚੋਖਾ ਵਿਕਾਸ ਹੋਇਆ ਹੈ। ਡੰਡੀ। ਜੇ ਮਿਸਰ ਵਿੱਚ ਦਰਿਆ ਨੀਲ ਰਾਹੀਂ ਸਿੰਜਾਈ ਨਾ ਕੀਤੀ ਜਾਵੇ ਤਾਂ ਸਾਰੇ ਦਾ ਸਾਰਾ ਮਿਸਰ ਇੱਕ ਮਾਰੂਥਲ ਹੀ ਬਣ ਜਾਵੇ। ਡੰਡੀ। ਵਰਖਾ ਦਾ ਬਹੁਤ ਸਾਰਾ ਪਾਣੀ ਧਰਤੀ ਵਿੱਚ ਰਿਸ ਰਿਸ ਕੇ ਚਟਾਨਾਂ ਵਿਚਕਾਰ ਵਗਦਾ ਹੈ, ਪਰ
ਸਿੰਜਾਈ ਦੇ ਕੰਮ ਲਈ ਧਰਤੀ ਹੇਠਲੇ ਪਾਣੀ ਨੂੰ ਕਈ ਢੰਗਾਂ ਨਾਲ ਉੱਪਰ ਖਿੱਚਿਆ ਜਾਂਦਾ ਹੈ। ਡੰਡੀ ਕਈ ਵਾਰ ਫਸਲਾਂ ਦੀ ਬਿਜਾਈ ਪਿੱਛੋਂ ਔੜ ਲੱਗ ਜਾਂਦੀ ਹੈ ਅਤੇ ਵਰਖਾ ਸਾਰੇ ਇਲਾਕਿਆਂ ਵਿੱਚ ਨਹੀਂ ਹੁੰਦੀ। ਡੰਡੀ ਜਿਸ ਸਮੇਂ ਵਰਖਾ ਦੀ ਲੋੜ ਹੁੰਦੀ ਹੈ ਉਸ ਸਮੇਂ ਮੌਸਮ ਖੁਸ਼ਕ ਰਹਿੰਦਾ ਹੈ ਅਤੇ ਜਿਸ ਸਮੇਂ ਫਸਲ ਦੇ ਵਧਣ ਫੁੱਲਣ ਲਈ ਧੁੱਪ ਦੀ ਲੋੜ ਹੁੰਦੀ ਹੈ ਤਾਂ ਵਰਖਾ ਪੈਣੀ ਸ਼ੁਰੂ ਹੋ ਜਾਂਦੀ ਹੈ ਜੋ ਫਸਲਾਂ ਦਾ ਨੁਕਸਾਨ ਕਰ ਦਿੰਦੀ ਹੈ। ਡੰਡੀ ਬਹੁਤ ਸਾਰੀਆਂ ਫਸਲਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਕਿਸੇ ਖਾਸ ਹਾਲਤ ਵਿੱਚ ਵਰਖਾ ਨਾਲ ਤਾਂ ਨੁਕਸਾਨ ਪਹੁੰਚਦਾ ਹੈ ਪਰ ਸਿੰਜਾਈ ਉਹਨਾਂ ਨੂੰ ਬਹੁਤ ਰਾਸ ਆਉਂਦੀ ਹੈ। ਡੰਡੀ ਜਿਵੇਂ ਕਪਾਹ ਦੇ ਪੌਦੇ ਨੂੰ ਜਿਸ ਸਮੇਂ ਫੁੱਲ ਨਿਕਲ ਆਉਣ ਤਾਂ ਤੇਜ਼ ਵਰਖਾ ਨਾਲ ਉਸ ਦੇ ਸਾਰੇ ਫੁੱਲ ਝੜ ਜਾਂਦੇ ਹਨ ਅਤੇ ਫਸਲ ਬਿਲਕੁਲ ਤਬਾਹ ਹੋ ਜਾਂਦੀ ਹੈ। ਡੰਡੀ ਉਸ ਸਮੇਂ ਕੇਵਲ ਸਿੰਜਾਈ ਹੀ ਲਾਭਦਾਇਕ ਹੁੰਦੀ ਹੈ। ਡੰਡੀ ਅੱਜ ਤੋਂ 50 ਸਾਲ ਪਹਿਲਾਂ ਮਿੱਟੀ ਦੀਆਂ ਟਿੰਡਾਂ ਅਤੇ ਲੱਕੜ ਦੇ ਬੈੜ ਹੁੰਦੇ ਸਨ ਅਤੇ ਬਲਦ ਜੋੜ ਕੇ ਪਾਣੀ ਕੱਢਿਆ ਜਾਂਦਾ ਸੀ। ਡੰਡੀ ਕਈ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਚੜਸ ਜਾਂ ਕੋਹ ਵੀ ਵਰਤੇ ਜਾਂਦੇ ਸਨ। ਡੰਡੀ ਹੌਲੀ ਹੌਲੀ ਇਹਨਾਂ ਦੀ ਥਾਂ ਲੋਹੇ ਦੀਆਂ ਟਿੰਡਾਂ ਦੇ ਖੂਹਾਂ ਨੇ ਲੈ ਲਈ ਜਿਨ੍ਹਾਂ ਨਾਲ ਪਾਣੀ ਖਿੱਚਣ ਦਾ ਕੰਮ ਬਹੁਤ ਸੌਖਾ ਹੋ ਗਿਆ। ਡੰਡੀ ਕੁਝ ਸਾਲਾਂ ਤੋਂ ਪੰਜਾਬ ਦੀ ਖੇਤੀ ਨੇ ਇੱਕ ਵੱਡਾ ਪਲਟਾ ਖਾਧਾ ਹੈ। ਡੰਡੀ ਟਿੰਡਾਂ ਵਾਲੇ ਖੂਹਾਂ ਦੀ ਥਾਂ ਪੰਪਿੰਗ ਸੈੱਟਾਂ ਅਤੇ ਟਿਊਬਵੈੱਲਾਂ ਨੇ ਲੈ ਲਈ ਹੈ। ਡੰਡੀ ਪਿੰਡਾਂ ਵਿੱਚ ਬਿਜਲੀ ਪਹੁੰਚਣ ਕਾਰਨ ਜ਼ਿਮੀਂਦਾਰ ਟਿਊਬਵੈੱਲ ਲਗਾਉਣ ਲੱਗ ਪਏ ਹਨ। ਡੰਡੀ ਟਿੰਡਾਂ ਵਾਲੇ ਖੂਹ ਲਾਉਣ ਦਾ ਰਿਵਾਜ਼ ਹਟ ਗਿਆ ਹੈ। ਡੰਡੀ ਬਿਜਲੀ ਨਾਲ ਪਾਣੀ ਕੱਢਣ 'ਤੇ ਬਹੁਤ ਘੱਟ ਖਰਚ ਆਉਂਦਾ ਹੈ ਅਤੇ ਜ਼ਿਮੀਂਦਾਰਾਂ ਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ। ਡੰਡੀ ਜਿੱਥੇ ਜਿੱਥੇ ਬਿਜਲੀ ਮਿਲਣ ਲੱਗ ਪਈ ਹੈ ਜ਼ਿਮੀਂਦਾਰਾਂ ਨੇ ਆਪਣੇ ਪੁਰਾਣੇ ਖੂਹ ਦੀਆਂ ਟਿੰਡਾਂ ਬੈੜ ਅਤੇ ਲੋਹੇ ਦਾ ਸਮਾਨ ਲੋਹਾ ਢਾਲਣ ਵਾਲੇ ਕਾਰਖਾਨਿਆਂ ਨੂੰ ਵੇਚ ਦਿੱਤਾ ਹੈ। ਡੰਡੀ ਇਸ ਤਰ੍ਹਾਂ ਛੇਤੀ ਹੀ ਸਾਰੇ ਖੂਹਾਂ 'ਤੇ ਬਿਜਲੀ ਨਾਲ ਪਾਣੀ ਚੁੱਕਣਾ ਸ਼ੁਰੂ ਹੋ ਜਾਵੇਗਾ। ਲੋਹੇ ਦੀਆਂ ਟਿੰਡਾਂ ਵਾਲੇ ਖੂਹ ਵੇਖਣ ਨੂੰ ਨਹੀਂ ਮਿਲਣਗੇ। ਡੰਡੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪਾਣੀ ਉਤਾਂਹ ਚੁੱਕਣ ਲਈ ਕਈ ਹੋਰ ਢੰਗ ਵਰਤੇ ਜਾਂਦੇ ਹਨ। ਡੰਡੀ ਸਟਾਰਟ। ਤਕਰੀਬਨ ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨ ਅੰਦੋਲਨ ਨਵੀਆਂ ਕਰਵਟਾਂ ਲੈ ਰਿਹਾ ਹੈ। ਡੰਡੀ ਕੇਂਦਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਮਾਰੂ ਬਿੱਲਾਂ ਨਾਲ ਹੀ ਕਿਸਾਨਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਹੋ ਗਿਆ ਸੀ। ਡੰਡੀ ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਗਿਆ। ਡੰਡੀ ਤਕਰੀਬਨ ਹਰ ਵਰਗ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ। ਡੰਡੀ ਅਕਤੂਬਰ ਵਿੱਚ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਮੀਟਿੰਗ ਬੇਸਿੱਟਾ ਰਹੀ। ਡੰਡੀ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਰਾਹੀਂ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੇ ਸੱਦੇ ਕਾਰਨ ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਬਾਰਡਰਾਂ 'ਤੇ ਕਾਫੀ ਸਖਤੀ ਵਰਤੀ। ਡੰਡੀ ਕਿਸਾਨ ਅੰਦੋਲਨ ਨੂੰ ਨੌਜਵਾਨਾਂ ਦੇ ਉਤਸ਼ਾਹ ਨੇ ਨਵਾਂ ਮੋੜ ਦਿੱਤਾ। ਡੰਡੀ ਹਰਿਆਣਾ ਸਰਕਾਰ ਰਾਹੀਂ ਕਿਸਾਨਾਂ ਦੇ ਰਾਹ ਵਿੱਚ ਰੋੜੇ ਅਟਕਾਏ ਗਏ। ਡੰਡੀ ਨੌਜਵਾਨਾਂ ਨੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਫੇਲ ਕਰਦਿਆਂ ਦਿੱਲੀ ਚੱਲੋ ਦੇ ਸੱਦੇ ਨੂੰ ਸਫਲ ਬਣਾਇਆ। ਡੰਡੀ ਨੌਜਵਾਨਾਂ 'ਤੇ ਅਥਰੂ ਗੈਸ
ਪਾਣੀ ਦੀਆਂ ਬੁਛਾੜਾਂ ਤੇ ਲਾਠੀਆਂ ਵੀ ਚਲਾਈਆਂ ਗਈਆਂ। ਡੰਡੀ ਬੁਛਾੜਾਂ ਦਾ ਨੌਜਵਾਨਾਂ ਨੇ ਡਟ ਕੇ ਸਾਹਮਣਾ ਕੀਤਾ। ਡੰਡੀ ਬਾਰਡਰਾਂ ਤੇ ਕੰਡਿਆਲੀ ਤਾਰਾਂ, ਵੱਡੇ ਵੱਡੇ ਪੱਥਰ, ਇੱਥੋਂ ਤੱਕ ਕਿ ਸੜਕਾਂ ਵੀ ਪੱਟੀਆਂ ਗਈਆਂ। ਡੰਡੀ ਮਿੱਟੀ ਦੇ ਵੱਡੇ ਵੱਡੇ ਢੇਰ ਨੈਸ਼ਨਲ ਹਾਈਵੇ 'ਤੇ ਲਗਾ ਦਿੱਤੇ ਗਏ। ਡੰਡੀ ਨੌਜਵਾਨਾਂ ਦੇ ਹੌਸਲਿਆਂ ਦੇ ਮੂਹਰੇ ਅਜਿਹੇ ਢੇਰ ਕੀ ਸਨ। ਡੰਡੀ ਨੌਜਵਾਨਾਂ ਨੇ ਹੱਥਾਂ ਨਾਲ ਹੀ ਮਿੱਟੀ ਦੇ ਢੇਰਾਂ ਨੂੰ ਇੱਕ ਪਾਸੇ ਕਰ ਦਿੱਤਾ। ਡੰਡੀ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਹੀ ਨੌਜਵਾਨ ਨੇ ਬੁਛਾੜਾਂ ਛੱਡਣ ਵਾਲੀ ਗੱਡੀ 'ਤੇ ਚੜ੍ਹ ਕੇ ਸਪਲਾਈ ਬੰਦ ਕੀਤੀ ਅਤੇ ਬਾਅਦ ਵਿੱਚ ਆਪਣੀ ਹੀ ਟਰਾਲੀ 'ਤੇ ਜਾ ਕੁੱਦਿਆ। ਡੰਡੀ ਹਾਲਾਂਕਿ ਹਰਿਆਣਾ ਸਰਕਾਰ ਵੱਲੋਂ ਇਸ ਨੌਜਵਾਨ 'ਤੇ ਪਰਚਾ ਵੀ ਦਰਜ ਕੀਤਾ ਗਿਆ। ਡੰਡੀ ਨੌਜਵਾਨ ਸਾਰੇ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਜੋਸ਼ ਨਾਲ ਭਰੇ ਹੋਏ ਹਨ। ਡੰਡੀ ਮੁਲਕ ਦੇ ਸੰਵਿਧਾਨ ਮੁਤਾਬਕ ਹਰ ਨਾਗਰਿਕ ਨੂੰ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਣ ਤੇ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਡੰਡੀ ਕਿਸਾਨੀ ਅੰਦੋਲਨ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਦੇਸ਼ ਦੀ ਸਿਆਸਤ ਲਈ ਸ਼ੁਭ ਸੰਕੇਤ ਹੈ। ਡੰਡੀ ਪੈਰਾ ਸੋਸ਼ਲ ਮੀਡੀਆ ਕਾਰਨ ਵੀ ਅੱਜ ਹਰ ਬੱਚਾ ਕਿਸਾਨੀ ਦੇ ਹੱਕ ਵਿੱਚ ਖੜਾ ਹੈ। ਡੰਡੀ ਅੱਜ ਨੌਜਵਾਨ ਪੀੜ੍ਹੀ ਜਾਗਰੂਕ ਹੋ ਗਈ ਹੈ। ਇਹ ਕਾਲੇ ਬਿੱਲ ਉਹਨਾਂ ਦਾ ਭਵਿੱਖ ਤਬਾਹ ਕਰ ਦੇਣਗੇ। ਡੰਡੀ ਹਜੇ ਵੀ ਕੇਂਦਰ ਸਰਕਾਰ ਆਪਣੀ ਪੁਰਾਣੀਆਂ ਦਲੀਲਾਂ ਨੂੰ ਦੁਹਰਾ ਰਹੀ ਹੈ ਕਿ ਇਹ ਖੇਤੀ ਬਿੱਲਾਂ ਕਾਰਨ ਕਿਸਾਨਾਂ ਦਾ ਆਉਣ ਵਾਲਾ ਸਮਾਂ ਸੁਧਰੇਗਾ। ਡੰਡੀ ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਵੀ ਡਰ ਹੈ, ਜਿਸ ਕਾਰਨ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਨੂੰ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਵੀ ਨਹੀਂ ਮਿਲ ਸਕੇਗਾ, ਕਿਉਂਕਿ ਨਿੱਜੀ ਕੰਪਨੀਆਂ ਮਨ ਮਰਜ਼ੀ ਦਾ ਭਾਅ ਲਗਾਉਣਗੀਆਂ। ਡੰਡੀ ਨੌਜਵਾਨਾਂ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਡੰਡੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਭੜਕਾਊ ਗੀਤਾਂ ਆਦਿ ਸ਼ਬਦਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਡੰਡੀ ਇਹ ਕਿਹਾ ਜਾਂਦਾ ਸੀ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਆਦੀ ਹੋ ਗਈ ਹੈ। ਡੰਡੀ ਇਸ ਅੰਦੋਲਨ ਵਿੱਚ ਬਹੁਤ ਸਾਰੇ ਗੀਤ ਕਿਸਾਨੀ ਹੱਕਾਂ ਲਈ ਗਾਏ ਗਏ ਹਨ। ਡੰਡੀ ਕਿਸਾਨ ਅੰਦੋਲਨ ਨੇ ਸਭ ਨੂੰ ਦਿਖਾਇਆ ਹੈ ਕਿ ਪੰਜਾਬ ਦੇ ਨੌਜਵਾਨ ਸੰਘਰਸ਼ ਵਿੱਚ ਕਿਸੇ ਤੋਂ ਪਿੱਛੇ ਨਹੀਂ ਰਹੇ ਹਨ। ਡੰਡੀ ਇਨਸਾਫ ਅਤੇ ਸਿੱਖ ਭਾਰਤ ਵਿੱਚ ਇੱਕ ਚੁੰਬਕੀ ਛੜੀ ਦੇ ਦੋ ਸਿਰੇ ਬਣ ਚੁੱਕੇ ਹਨ। ਡੰਡੀ ਸਿੱਖਾਂ ਨੂੰ ਆਦਿ ਕਾਲ ਤੋਂ ਹੀ ਕਦੇ ਇਨਸਾਫ ਨਹੀਂ ਮਿਲਿਆ ਅਤੇ ਅੱਜ ਦੇ ਭਾਰਤ ਲੋਕਤੰਤਰ ਵਿੱਚ ਕਿਸੇ ਵੀ ਸਰਕਾਰ ਦੇ ਹੁੰਦਿਆਂ ਜੇ ਸਿੱਖਾਂ ਨੂੰ ਕੋਈ ਇਨਸਾਫ ਮਿਲਿਆ ਹੋਵੇ ਤਾਂ ਪਾਠਕ ਵੀਰ ਉਸ ਬਾਰੇ ਦੱਸ ਕੇ ਮੇਰੀ ਅਤੇ ਹੋਰ ਸਿੱਖਾਂ ਦੀ ਜਾਣਕਾਰੀ ਵਿੱਚ ਵਾਧਾ ਜ਼ਰੂਰ ਕਰਨ। ਪ੍ਰਸ਼ਨ ਚਿੰਨ੍ਹ ਇਹ ਪਹਿਲਾਂ ਵੀ ਲਿਖਿਆ ਜਾ ਚੁੱਕਾ ਹੈ ਕਿ ਦੋਹੀਂ ਪਾਸੀ ਬੇਸ਼ੱਕ ਸਿੱਖ ਮੁਜਰਮ ਹੋਣ ਜਾਂ ਪੀੜਤ ਹੋਣ, ਇਨਸਾਫ ਕਦੇ ਵੀ ਨਹੀਂ ਮਿਲਿਆ। ਡੰਡੀ ਜੇ ਸਿੱਖ ਮੁਜਰਮ ਹਨ, ਭਾਵੇਂ ਸਬੂਤਾਂ ਦੀ ਘਾਟ ਵੀ ਹੋਵੇ, ਗਵਾਹ ਵੀ ਮੁੱਕਰ ਜਾਣ, ਤਾਂ ਵੀ ਸਿੱਖਾਂ ਨੂੰ ਸਖਤ ਸਜ਼ਾਵਾਂ ਮਿਲੀਆਂ ਹਨ। ਡੰਡੀ ਜਿੱਥੇ ਸਿੱਖ ਪੀੜਤ ਹੋਣ ਉੱਤੇ ਜਾਂ
ਤਾਂ ਜਾਬਰ ਬਰੀ ਹੋਏ ਹਨ, ਜਾਂ ਫਿਰ ਜਿਹੜੇ ਕੇਸ ਦੁਨੀਆ ਵਿੱਚ ਚਰਚਿਤ ਹਨ, ਜਿਵੇਂ ਕਿ ਇੰਦਰਾ ਦੇ ਕਤਲ ਪਿੱਛੋਂ ਹੋਇਆ ਸਿੱਖ ਕਤਲੇਆਮ। ਉਸ ਵਿੱਚ ਕੇਸ 36 ਵਰ੍ਹਿਆਂ ਤੋਂ ਲਟਕਦੇ ਹੀ ਆ ਰਹੇ ਹਨ। ਡੰਡੀ ਅੱਜ ਤੱਕ ਕਿਸੇ ਸਰਕਾਰ, ਕਮਿਸ਼ਨ ਜਾਂ ਅਦਾਲਤ ਨੇ ਸਿੱਖਾਂ ਦੇ ਪੱਲੇ ਸੰਤੁਸ਼ਟੀ ਨਹੀਂ ਪਾਈ। ਡੰਡੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਦੁਨੀਆ ਦੀਆਂ ਨਜ਼ਰਾਂ ਵਿੱਚ ਹੈ। ਡੰਡੀ ਇਸ ਕੇਸ ਵਿੱਚ 2 ਸੂਬਾ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਨਾਲ ਕੇਂਦਰੀ ਸਰਕਾਰ, CBI ਅਤੇ ਅਦਾਲਤਾਂ ਦੇ ਨਜ਼ਰੀਏ ਨੂੰ ਵਿਚਾਰਨ ਦੀ ਲੋੜ ਹੈ। ਡੰਡੀ ਜਦੋਂ ਬੇਅਦਬੀ ਹੋਈ ਬਾਦਲ ਦਲ ਦੀ ਸਰਕਾਰ ਸੀ, ਡੰਡੀ ਉਹਨਾਂ ਦੀ ਸਰਕਾਰ ਵਿੱਚ ਬੇਅਦਬੀ ਦੱਬੀ ਰਹੀ। ਡੰਡੀ ਚੋਣ ਆਈ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦਾ ਮੁੱਦਾ ਚੁੱਕਿਆ ਅਤੇ ਸਰਕਾਰ ਬਣ ਗਈ। ਡੰਡੀ ਜੋ ਕੁਝ ਹੋਇਆ ਸਾਡੇ ਸਭ ਦੇ ਸਾਹਮਣੇ ਹੈ। ਡੰਡੀ ਇੱਕ ਇਮਾਨਦਾਰ ਅਤੇ ਕੁਸ਼ਲ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਸ ਬੇਅਦਬੀ ਦੀ ਜਾਂਚ ਕਰਦਿਆਂ ਬਲੀ ਹੋ ਗਈ ਹੈ। ਪ੍ਰਸ਼ਨ ਚਿੰਨ੍ਹ ਹੁਣ ਕੁਝ ਵੀ ਲੁਕਿਆ ਨਹੀਂ ਰਿਹਾ। ਡੰਡੀ ਸਭ ਕੁਝ ਜਗ ਜ਼ਾਹਰ ਹੋ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਹੁਣ ਅੱਗੇ ਬੇਅਦਬੀ ਕਿਵੇਂ ਹੋ ਰਹੀ ਹੈ। ਡੰਡੀ ਇਸ ਸਮੇਂ ਮਸਲਾ ਸਿਰਫ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੱਕ ਸੀਮਤ ਨਹੀਂ ਰਿਹਾ। ਡੰਡੀ ਸਗੋਂ ਹੁਣ ਤਾਂ ਅੱਗੇ ਇਹ ਪੜਤਾਲਣਾ ਵੀ ਜ਼ਰੂਰੀ ਹੋ ਗਿਆ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਿੱਚ ਕੌਣ-ਕੌਣ ਸ਼ਾਮਿਲ ਹਨ ਅਤੇ ਉਹ ਕਿਹੜੀਆਂ ਸਰਕਾਰੀ, ਅਦਾਲਤੀ ਜਾਂ ਰਾਜਸੀ ਸ਼ਕਤੀਆਂ ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨੰਗਾ ਨਹੀਂ ਹੋਣ ਦੇਣਾ ਚਾਹੁੰਦੀਆਂ। ਪ੍ਰਸ਼ਨ ਚਿੰਨ੍ਹ ਪੈਰਾ। ਹੁਣ ਕੋਈ ਗੱਲ ਇਹ ਆਖ ਕੇ ਲਿਖਣ ਦੀ ਲੋੜ ਨਹੀਂ ਕਿ ਹੋ ਸਕਦਾ ਹੈ ਕਿ ਫਲਾਣੇ ਦੀ ਇਸ ਪਿੱਛੇ ਕੋਈ ਚਾਲ ਹੋਵੇ। ਪ੍ਰਸ਼ਨ ਚਿੰਨ੍ਹ ਸਗੋਂ ਹੁਣ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪਰ ਖੱਚੇ ਉਧੇੜ ਦਿੱਤੇ ਹਨ ਕਿ ਇਸ ਬੇਅਦਬੀ ਕਾਂਡ ਵਿੱਚ ਕਿਹੜੇ ਲੋਕਾਂ ਦੀ ਕੀ ਕਾਰਗੁਜ਼ਾਰੀ ਹੈ। ਡੰਡੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੱਕ ਮੁਲਾਕਾਤ ਵਿੱਚ ਉਸਨੇ 19 ਨੁਕਤਿਆਂ ਉੱਤੇ ਧਿਆਨ ਦਿਵਾਇਆ ਹੈ। ਡੰਡੀ ਜਿਸ ਨੂੰ ਅੱਜ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਸਾਂਝਾ ਕੀਤਾ ਹੈ। ਡੰਡੀ ਜਿਨ੍ਹਾਂ ਵਿੱਚ ਨੰਬਰ 1 ਸਰਕਾਰੀ ਵਕੀਲਾਂ ਨੂੰ 5 ਤਾਰਾ ਹੋਟਲ ਵਿੱਚ ਇੱਕ ਰਾਤ ਠਹਿਰਾਉਣ ਦਾ ਖਰਚਾ 55 ਲੱਖ ਹੁੰਦਾ ਸੀ। 2 ਇਹ ਤਾਜ ਹੋਟਲ ਵਿੱਚ ਰਹਿੰਦੇ ਸੀ ਅਤੇ ਇੱਕ ਦਿਨ ਤਾਜ ਵਿੱਚ ਕਮਰਾ ਨਾ ਮਿਲਣ ਕਰਕੇ JW ਮੈਰੀਅਟ ਹੋਟਲ ਵਿੱਚ ਪ੍ਰਬੰਧ ਕੀਤਾ ਤਾਂ ਇਹਨਾਂ ਸਰਕਾਰੀ ਵਕੀਲਾਂ ਦੇ ਬਹੁਤ ਨਖਰੇ ਝੱਲਣੇ ਪਏ। 3 ਵਕੀਲਾਂ ਦੀ ਇੱਕ ਦਿਨ ਦੀ ਫੀਸ ਮੇਰੀ 3 ਸਾਲ ਦੀ ਤਨਖਾਹ ਦੇ ਬਰਾਬਰ ਹੁੰਦੀ ਸੀ। 4 ਮੈਨੂੰ ਸਰਕਾਰੀ ਵਕੀਲਾਂ ਨੇ ਟਾਰਚਰ ਕੀਤਾ। 5 ਮੁੱਖ ਮੰਤਰੀ ਦੇ ਕਹਿਣ 'ਤੇ ਵੀ ਐਡਵੋਕੇਟ ਅਤੁਲ ਨੰਦਾ ਅਦਾਲਤ ਵਿੱਚ ਖੁਦ ਨਹੀਂ ਗਏ। 6 ਐਡਵੋਕੇਟ ਅਤੁਲ ਨੰਦਾ
ਜਾਂਦਾ। ਪੇਛੀ ਮੌਕੇ ਹੀ ਮੈਡੀਕਲ ਛੁੱਟੀ 'ਤੇ ਚਲੇ ਜਾਂਦੇ ਸੀ। 7 ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ 'ਤੇ ਵੀ ਕੋਈ ਫਰਕ ਨਹੀਂ ਪਿਆ। 8 ਮੈਂ ਵਕੀਲਾਂ ਨੂੰ ਕਿਹਾ ਕਿ ਇੱਕ ਵਾਰ ਅਦਾਲਤ ਵਿੱਚ ਮੈਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਜਾਵੇ, ਪਰ ਉਹ ਨਹੀਂ ਮੰਨੇ। 9 ਦਿੱਲੀ ਜਾ ਕੇ ਸਰਕਾਰੀ ਵਕੀਲਾਂ ਦੇ ਦਫ਼ਤਰ ਵਿੱਚ ਜਾ ਕੇ ਚਪੜਾਸੀ ਵਾਂਗ ਖੜਨਾ ਪੈਂਦਾ ਸੀ। ਡੰਡੀ। HS ਫੂਲਕਾ ਵੀ ਮੇਰੇ ਅਸਤੀਫੇ ਲਈ ਜ਼ਿੰਮੇਵਾਰ ਹੈ। 11 ਜਦੋਂ ਫੂਲਕਾ ਸਾਹਿਬ ਵੱਲੋਂ ਅਖਬਾਰ ਵਿੱਚ ਬਿਆਨ ਦਿੱਤਾ ਮੁਫਤ ਕੇਸ ਲੜਨ ਲਈ, ਤਾਂ ਮੈਂ ਖੁਦ ਫੂਲਕਾ ਸਾਹਿਬ ਨੂੰ ਸੰਪਰਕ ਕੀਤਾ ਅਤੇ ਕੇਸ ਬਾਰੇ ਸਾਰੇ ਦਸਤਾਵੇਜ਼ ਤੇ ਜਾਣਕਾਰੀ ਪ੍ਰਦਾਨ ਕੀਤੀ। ਫੂਲਕਾ ਸਾਹਿਬ ਨੇ ਇਹ ਕਹਿ ਕੇ ਕੇਸ ਲੜਨ ਤੋਂ ਮਨ੍ਹਾ ਕੀਤਾ ਕਿ ਮੈਂ ਸੁਪਰੀਮ ਕੋਰਟ ਤੋਂ ਹੇਠਾਂ ਕੇਸ ਨਹੀਂ ਲੜਦਾ। ਉਹਨਾਂ ਨੇ ਕਿਸੇ ਹੋਰ ਵਕੀਲ ਦੀ ਡਿਊਟੀ ਲਾ ਦਿੱਤੀ ਜੋ ਮੀਡੀਆ ਵਿੱਚ ਸਾਡੇ ਹੀ ਖਿਲਾਫ ਬੋਲਦਾ ਸੀ। ਫੂਲਕਾ ਸਾਹਿਬ ਨੂੰ ਹੁਣ ਗੋਲੀ ਕਾਂਡ ਬਾਰੇ ਬੋਲਣ ਤੋਂ ਰੋਕਿਆ ਕਿ ਹੁਣ ਤੁਸੀਂ ਇਸ ਕੇਸ ਬਾਰੇ ਬੋਲ ਕੇ ਦਿਖਾਵਾ ਨਾ ਕਰੋ। ਡੰਡੀ। ਮੈਂ ਫੂਲਕਾ ਸਾਹਿਬ ਨੂੰ ਬਹੁਤ ਸਹੀ ਸਮਝਦਾ ਸੀ, ਪਰ ਉਹਨਾਂ ਨੇ ਵੀ ਮੇਰਾ ਦਿਲ ਤੋੜਿਆ। ਮੈਂ ਹਰ ਬੂਹਾ ਖੜਕਾਇਆ, ਪਰ ਕੋਈ ਮਦਦ ਨਹੀਂ ਮਿਲੀ। ਮੈਂ ਨਵੀਂ SIT ਸੈੱਟ ਦੀ ਕੋਈ ਮਦਦ ਨਹੀਂ ਕਰਾਂਗਾ। ਮੇਰੀ ਆਤਮਾ ਨੇ ਆਵਾਜ਼ ਦਿੱਤੀ ਕਿ ਇਸ ਮਹਿਕਮੇ ਵਿੱਚ ਹੁਣ ਮੇਰੀ ਕੋਈ ਜਗ੍ਹਾ ਨਹੀਂ, ਇਸ ਲਈ ਅਸਤੀਫਾ ਦੇ ਦਿੱਤਾ। ਇਸ ਕੇਸ ਦਾ ਹੁਣ ਕੋਈ ਸਿੱਟਾ ਨਹੀਂ ਨਿਕਲੇਗਾ, ਇਹ ਮੇਰਾ ਦਾਅਵਾ ਹੈ। ਮੈਂ ਬਤੌਰ ਵਕੀਲ ਕੇਸ ਲੜਾਂਗਾ। ਮੈਂ ਨੌਕਰੀ ਛੱਡਣ ਤੋਂ ਬਾਅਦ ਬਤੌਰ ਵਕੀਲ ਦੱਬੇ ਕੁਚਲੇ ਲੋਕਾਂ ਦੇ ਕੇਸ ਲੜਾਂਗਾ। ਡੰਡੀ। ਇਸ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਬੇਅਦਬੀ ਨੂੰ ਸਿਰਫ ਬਾਦਲ ਹੀ ਨਹੀਂ ਜਾਂ ਪੁਲਿਸ ਹੀ ਨਹੀਂ ਛੁਪਾਉਣਾ ਚਾਹੁੰਦੀ ਸੀ। ਡੰਡੀ। ਸਗੋਂ ਭਾਰਤ ਦਾ ਨਿਜ਼ਾਮ ਹੀ ਇਸ ਬੇਅਦਬੀ ਦਾ ਇਨਸਾਫ ਮਿਲਣ ਵਿੱਚ ਖੁਸ਼ ਨਹੀਂ ਹੈ। ਡੰਡੀ। ਸਿੱਖਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਕਿਸੇ ਦੀ ਵੀ ਹੋਵੇ, ਡੰਡੀ, ਰਾਜਨੀਤੀਵਾਨ ਸਿੱਖ ਜਾਂ ਕਿਸੇ ਹੋਰ ਨਸਲ ਦੇ ਵੀ ਹੋਣ, ਸਭ ਨੂੰ ਵੋਟਾਂ ਚਾਹੀਦੀਆਂ ਹਨ। ਡੰਡੀ। ਬੇਅਦਬੀ ਕਰਕੇ ਮਿਲਣ ਜਾਂ ਛੁਪਾ ਕੇ ਮਿਲਣ ਜਾਂ ਫਿਰ ਬੇਅਦਬੀ ਦੇ ਇਨਸਾਫ ਦੇ ਨਾਮ ਉੱਤੇ ਮਿਲਣ। ਡੰਡੀ। ਅੱਜ ਬਾਦਲ ਕੈਪਟਨ ਅਤੇ ਵੱਡੇ ਸਿੱਖ ਕਾਨੂੰਨਦਾਨ ਇੱਕ ਪਾਸੇ ਖੜ੍ਹੇ ਨਜ਼ਰ ਆ ਰਹੇ ਹਨ। ਡੰਡੀ। ਜੇ ਬਾਦਲਾਂ ਦੇ ਰਾਜ ਵਿੱਚ ਪੁਲਿਸ ਨੇ ਕੁਝ ਨਹੀਂ ਕੀਤਾ, ਤਾਂ ਅੱਜ ਕੈਪਟਨ ਦੇ ਰਾਜ ਵਿੱਚ ਸਰਕਾਰ ਦੇ ਕਾਨੂੰਨੀ ਦਫ਼ਤਰ ਨੇ ਹੀ ਬੇਅਦਬੀ ਕੇਸ ਨੂੰ ਰੋਲ ਦਿੱਤਾ ਹੈ। ਡੰਡੀ। ਇਸ ਪਿੱਛੇ ਕੈਪਟਨ ਦੇ ਨਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੀ ਨੀਤੀ ਵੀ ਹੋ ਸਕਦੀ ਹੈ ਕਿ ਇੱਕ ਵਾਰ ਫਿਰ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੇ ਨਾਮ ਉੱਤੇ ਜਜ਼ਬਾਤੀ ਕਰਕੇ ਵੋਟਾਂ ਬਟੋਰੀਆਂ ਜਾਣ। ਡੰਡੀ। ਇਸ ਕਰਕੇ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਸਤ ਰਹਿਣ ਵਾਸਤੇ ਹੁਕਮ ਦਿੱਤੇ ਗਏ ਹੋਣ। ਬਾਦਲਾਂ ਦਾ ਤਾਂ ਪਤਾ ਹੀ ਸੀ। ਡੰਡੀ। ਪਰੰਤੂ ਕੈਪਟਨ ਅਮਰਿੰਦਰ ਸਿੰਘ ਅਤੇ HS ਫੂਲਕਾ ਤੋਂ ਇਹ ਉਮੀਦ ਨਹੀਂ ਸੀ। ਡੰਡੀ। ਬੱਚਿਆਂ ਦੇ ਗੁਣ, ਦਿਲਚਸਪੀ, ਹੁਨਰ ਅਤੇ ਰਵੱਈਏ ਟੈਸਟ ਕਰਕੇ ਉਹਨਾਂ ਨੂੰ ਸਹੀ ਖੇਤਰ ਵੱਲ ਜਾਣ ਦੀ ਦਿਸ਼ਾ ਸਿਰਫ
ਕਿੱਤਾ ਅਗਵਾਈ ਸੇਵਾ ਹੀ ਦੇ ਸਕਦੀ ਹੈ। ਡੰਡੀ ਗਾਈਡੈਂਸ ਸੇਵਾ ਹੀ ਸਕੂਲ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਕਿੱਤਾ ਆਧਾਰਿਤ ਗਰੁੱਪ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਡੰਡੀ ਇਸ ਲਈ ਇੱਕ ਟ੍ਰੇਨਡ ਕਾਉਂਸਲਰ ਅਧੀਨ ਸਕੂਲਾਂ ਵਿੱਚ ਕਿੱਤਾ ਅਗਵਾਈ ਸੇਵਾ ਦਾ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਨਵੀਂ ਕਿੱਤਾਕਰਨ ਸਕੀਮ ਵਿੱਚ ਵਿਦਿਆਰਥੀਆਂ ਨੂੰ ਸਹੀ ਅਤੇ ਯੋਗ ਅਗਵਾਈ ਮੁਹੱਈਆ ਹੋ ਸਕੇ। ਡੰਡੀ ਸਿੱਖਿਆ ਦੇ ਕਿੱਤਾਕਰਨ ਦੇ ਉਦੇਸ਼ਾਂ ਵਿੱਚ ਮੁੱਖ ਤੌਰ 'ਤੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਬਣਾਉਣਾ ਅਤੇ ਸਵੈ ਰੁਜ਼ਗਾਰ ਲਈ ਤਿਆਰ ਕਰਨਾ ਸ਼ਾਮਲ ਹੈ। ਡੰਡੀ ਇਸ ਵਿੱਚ ਰਾਸ਼ਟਰੀ ਵਿਕਾਸ ਲਈ ਸਿੱਖਿਆ ਨੂੰ ਪੈਦਾਵਾਰ ਨਾਲ ਜੋੜਨਾ ਅਤੇ ਦੇਸ਼ ਦੀਆਂ ਮੇਨ ਪਾਵਰ ਲੋੜਾਂ ਮੁਤਾਬਕ ਕਾਮੇ ਤਿਆਰ ਕਰਨਾ ਵੀ ਸ਼ਾਮਲ ਹੈ। ਡੰਡੀ ਯੋਜਨਾ ਦਾ ਮੁੱਖ ਉਦੇਸ਼ 50% ਵਿਦਿਆਰਥੀਆਂ ਨੂੰ ਕਿੱਤਾ ਸਿੱਖਿਆ ਨਾਲ ਜੋੜ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਭੀੜ ਘਟਾਉਣਾ ਹੈ। ਡੰਡੀ ਇਹ ਸਮੇਂ ਦੀ ਵੀ ਲੋੜ ਹੈ ਕਿ ਅਸੀਂ ਚਿੱਟੇ ਕਾਲਰ ਵਾਲੇ ਲੱਖਾਂ ਬੇਰੁਜ਼ਗਾਰ ਪੈਦਾ ਕਰਨ ਦੀ ਬਜਾਏ ਪੈਦਾਵਾਰ ਕਰਨ ਵਾਲੇ ਹੱਥ ਤਿਆਰ ਕਰੀਏ। ਡੰਡੀ ਇਸ ਨਾਲ ਬੇਰੁਜ਼ਗਾਰਾਂ ਵਿੱਚ ਪੈਦਾ ਹੋਈ ਅਸ਼ਾਂਤੀ ਅਤੇ ਨਿਰਾਸ਼ਤਾ ਵੀ ਘਟੇਗੀ ਅਤੇ ਦੂਜੇ ਪਾਸੇ ਸਮਾਜ ਅਤੇ ਦੇਸ਼ ਦੀ ਖੁਸ਼ਹਾਲੀ ਵੀ ਵਧੇਗੀ। ਡੰਡੀ ਇਸ ਸਮੇਂ ਦੇਸ਼ ਵਿੱਚ ਸਕੂਲ ਪੱਧਰ 'ਤੇ ਹੀ ਬਹੁਤ ਕਿਸਮ ਦੇ ਕਿੱਤਾ ਕੋਰਸ ਚਾਲੂ ਕੀਤੇ ਗਏ ਹਨ। ਡੰਡੀ ਇੰਨੇ ਸਾਰੇ ਕੋਰਸਾਂ ਅਤੇ ਵਿਸ਼ਿਆਂ ਦੇ ਲਾਗੂ ਕਰਨ ਨਾਲ ਵਿਦਿਆਰਥੀਆਂ ਲਈ ਸਹੀ ਕਿੱਤਾ ਚੁਣਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਡੰਡੀ ਵਿਦਿਆਰਥੀਆਂ ਨੂੰ ਇਹਨਾਂ ਕੋਰਸਾਂ ਨਾਲ ਜੁੜੇ ਕੰਮ, ਉਹਨਾਂ ਦੀਆਂ ਕਿਸਮਾਂ ਅਤੇ ਸਕੋਪ ਬਾਰੇ ਦੱਸਣ ਲਈ ਇੱਕ ਚੰਗੇ ਅਗਵਾਈ ਪ੍ਰੋਗਰਾਮ ਦੀ ਵੀ ਲੋੜ ਹੈ। ਡੰਡੀ ਇਹਨਾਂ ਕਿੱਤਾ ਕੋਰਸਾਂ ਵਿੱਚ ਕਿਉਂਕਿ ਹੱਥੀਂ ਕੰਮ ਕਰਨਾ ਹੁੰਦਾ ਹੈ, ਇਸ ਕਰਕੇ ਕੰਮ ਪ੍ਰਤੀ ਉਸਾਰੂ ਨਜ਼ਰੀਆ ਵੀ ਇਹ ਕਿੱਤਾ ਅਗਵਾਈ ਸੇਵਾਵਾਂ ਅੱਛੀ ਤਰ੍ਹਾਂ ਦੇ ਸਕਦੀਆਂ ਹਨ। ਡੰਡੀ ਬੱਚਿਆਂ ਦੇ ਗੁਣਾਂ ਦੀ ਪਛਾਣ ਦੇ ਨਾਲ ਨਾਲ ਸਥਾਨਕ ਲੋੜਾਂ ਅਤੇ ਸਹੂਲਤਾਂ ਦਾ ਸਰਵੇ ਵੀ ਲੋੜੀਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਰਸ ਦੀ ਸਮਾਪਤੀ ਉਪਰੰਤ ਨੌਕਰੀ ਵਿੱਚ ਫਿੱਟ ਹੋਣ ਲਈ ਸਹਾਇਤਾ ਦਿੱਤੀ ਜਾ ਸਕੇ। ਡੰਡੀ ਵਿਦਿਆਰਥੀਆਂ ਨੂੰ ਨੌਕਰੀਆਂ, ਦਾਖਲੇ, ਟ੍ਰੇਨਿੰਗ ਅਤੇ ਦਰਖਾਸਤਾਂ ਦੇਣ ਸੰਬੰਧੀ ਲੋੜੀਂਦੀ ਜਾਣਕਾਰੀ ਤੋਂ ਛੁੱਟ ਨਵੇਂ ਮੌਕੇ ਉਪਲਬਧ ਕਰਾਉਣੇ ਇਹਨਾਂ ਅਗਵਾਈ ਸੇਵਾਵਾਂ ਦੀ ਜ਼ਿੰਮੇਵਾਰੀ ਹੈ। ਡੰਡੀ ਬਹੁਤ ਸਾਰੇ ਖੇਤਰਾਂ ਵਿੱਚ ਸਵੈ ਰੁਜ਼ਗਾਰ ਦੇ ਮੌਕੇ ਅਤੇ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਵੀ ਇਹਨਾਂ ਸੇਵਾਵਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਡੰਡੀ ਇਸੇ ਤਰ੍ਹਾਂ ਨਿੱਜੀਕਰਨ ਅਤੇ ਉਦਾਰੀਕਰਨ ਲਾਗੂ ਹੋਣ ਨਾਲ ਰੁਜ਼ਗਾਰ ਮੰਡੀ ਵਿੱਚ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ, ਉਹਨਾਂ ਬਾਰੇ ਨਵੀਂ ਜਾਣਕਾਰੀ ਦੇਣਾ ਵੀ ਇਸੇ ਸੇਵਾ ਦੇ ਕਾਰਜ ਥੱਲੇ ਆਉਂਦਾ ਹੈ। ਡੰਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਹੇਠ ਜਿਹੜਾ 10+2+3 ਸਿਸਟਮ ਲਾਗੂ ਹੋ ਰਿਹਾ ਹੈ, ਉਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਨਵੇਂ ਵਿਸ਼ਿਆਂ ਅਤੇ ਕੋਰਸਾਂ ਦੇ ਲਾਗੂ ਕਰਨ ਦੇ ਨਾਲ ਨਾਲ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਅਗਵਾਈ ਸੇਵਾਵਾਂ ਵੀ ਚਾਲੂ ਕੀਤੀਆਂ ਜਾਣ। ਡੰਡੀ ਇਸ ਤੋਂ ਪਹਿਲੀ ਲੋੜ ਨਵੇਂ ਢਾਂਚੇ ਨੂੰ ਲਾਗੂ ਕਰ ਰਹੇ ਸਿੱਖਿਆ ਅਧਿਕਾਰੀਆਂ ਵਿੱਚ ਇਹਨਾਂ ਸਕੀਮਾਂ ਦੇ ਲਾਭਾਂ ਅਤੇ ਲੋੜਾਂ ਦਾ ਅਹਿਸਾਸ ਪੈਦਾ ਕਰਨ ਦੀ ਹੈ। ਡੰਡੀ ਆਸ ਕੀਤੀ ਜਾਂਦੀ ਹੈ ਕਿ ਰਾਜ ਦੇ ਸਿੱਖਿਆ ਅਤੇ ਕਿੱਤਾ ਅਗਵਾਈ
ਕੇਂਦਰਾਂ ਦੀ ਸਰਪ੍ਰਸਤੀ ਹੇਠ ਅਸੀਂ ਸਕੂਲਾਂ ਵਿੱਚ ਕਿੱਤਾ ਅਗਵਾਈ ਸੇਵਾਵਾਂ ਨੂੰ ਪ੍ਰਫੁੱਲਤ ਕਰ ਸਕਾਂਗੇ ਤਾਂ ਜੋ ਨਵਾਂ ਸਿਸਟਮ ਲਾਗੂ ਹੋ ਸਕੇ ਅਤੇ ਸਿੱਖਿਆ ਆਪਣਾ ਰਾਸ਼ਟਰੀ ਵਿਕਾਸ ਅਤੇ ਸਮਾਜਿਕ ਇਕਸਾਰਤਾ ਦਾ ਨਿਸ਼ਾਨਾ ਪ੍ਰਾਪਤ ਕਰ ਸਕੇ। ਡੰਡੀ।